ਕੀ ਤੁਹਾਨੂੰ ਹੁਣ ਤੱਕ ਬੰਦੇ ਦਾ ਨਿਚੋੜ ਹੈਗਾ ਤੁਹਾਡੇ? ਨਹੀਂ ਸਵੇਰ ਤੋਂ ਹੀ ਅੱਜ ਕੋਵਿਡ ਆਈਸੋਲੇਸ਼ਨ ਸੈਂਟਰਸ ਜਾਂ ਸਾਡੇ ਸਬ ਡਿਵੀਜ਼ਨਲ ਹਸਪੀਟਲ ਜਾਂ ਡਿਸਟ੍ਰਿਕਟ ਹਸਪੀਟਲਸ ਦਾ ਦੌਰਾ ਸੀਗਾ, ਚਾਹੇ ਉਹ BBMB ਦੇ ਹਸਪੀਟਲ ਦੀ ਗੱਲ ਹੈ ਤੇ ਚਾਹੇ ਨੰਗਲ ਦੇ ਸਬ ਡਿਵੀਜ਼ਨ ਹਸਪੀਟਲ ਦੀ ਗੱਲ ਹੈ ਜਾਂ ਤੁਹਾਡੇ ਰੋਪੜ ਦੇ ਡਿਸਟ੍ਰਿਕਟ ਹਸਪੀਟਲ ਦੀ ਗੱਲ ਹੈ ਜਾਂ ਆਉਣ ਲੱਗੇ ਰਸਤੇ ਦੇ ਵਿੱਚ ਅਨੰਦਪੁਰ ਸਾਹਿਬ ਵਿੱਚ ਜੋ ਆਈਸੋਲੇਸ਼ਨ ਸੈਂਟਰ ਹੈ ਉੱਥੇ ਵੀ ਪੇਸ਼ੈਂਟਸ ਮੌਜੂਦ ਹੈ, ਉਹਨਾਂ ਦੀ ਗੱਲ ਹੈ। ਹਰ ਜਗ੍ਹਾ ਦੇ ਉੱਪਰ ਸਰਕਾਰ ਵੱਲੋਂ ਜੋ ਸਹੂਲਤਾਂ ਦਿੱਤੀਆਂ ਜਾ ਰਹੀਆਂ ਜਾਂ ਕਿਸੇ ਜਗ੍ਹਾ ਦੇ ਉੱਪਰ ਕੋਈ ਸ਼ਾਰਟਫਾਲ ਹੈ ਉਸ ਨੂੰ ਕਿਸ ਤਰ੍ਹਾਂ ਕੋਪ ਅਪ ਕਰ ਸਕਦੇ ਹਾਂ, ਬਿਕੋਜ਼ ਕਰੋਨਾ ਦੀ ਮਹਾਮਾਰੀ ਦੀ ਜਿਹੜੀ ਰਫ਼ਤਾਰ ਹੈ ਉਹ ਬਹੁਤ ਵੱਡੇ ਪੈਮਾਨੇ 'ਤੇ ਵੱਧਦੀ ਜਾ ਰਹੀ ਹੈ ਔਰ ਉਸ ਨੂੰ ਦੇਖਦੇ ਹੋਏ ਅੱਜ ਸਵੇਰ ਤੋਂ ਹੀ ਸਾਰੇ ਜ਼ਿਲ੍ਹੇ ਦੇ ਵਿੱਚ ਅਸੀਂ ਇਸ ਸਰਕਾਰ ਵੱਲੋਂ ਇਹ ਪ੍ਰੋਸੈਸ ਬਣਾਇਆ ਤਾਂ ਕਿ ਵੀ ਆਰ ਏਬਲ ਟੂ ਅੰਡਰਸਟੈਂਡ ਕਿ ਕੀ ਕੋਈ ਦਿੱਕਤਾਂ ਆ ਰਹੀਆਂ ਪੇਸ਼ੈਂਟਸ 'ਤੇ, ਚਾਹੇ ਖਾਣੇ ਨੂੰ ਲੈ ਕੇ ਹੈ, ਚਾਹੇ ਅੰਦਰ ਪੇਸ਼ੈਂਟਸ ਦਾ ਖਾਣਾ ਪਹੁੰਚਣ ਦੀ ਗੱਲ ਹੈ ਜਾਂ ਚਾਹੇ ਪੇਸ਼ੈਂਟਸ ਨੂੰ ਕੋਈ ਟੇਕ ਕੇਅਰ ਕਰਨ ਦੀ ਗੱਲ ਹੈ। ਕਿਸੇ ਜਗ੍ਹਾ 'ਤੇ ਬਹੁਤ ਸਾਰੇ ਪੇਸ਼ੈਂਟਸ ਨਾਲ ਮੈਂ ਖੁਦ ਆਪ ਗੱਲ ਕੀਤੀ ਔਰ ਬਹੁਤ ਸਾਰੇ ਪੇਸ਼ੈਂਟਸ ਨੂੰ ਨਾਲ ਮੁਲਾਕਾਤ ਕੀਤੀ ਔਰ ਇਸ ਤੋਂ ਇਲਾਵਾ ਜਿੰਨੇ ਸਾਡੇ ਸਪੋਰਟਿੰਗ ਸਟਾਫ ਹੈ, ਚਾਹੇ ਉਹ ਸਾਡੇ ਹੈਲਥ ਵਰਕਰਸ ਹੈ ਤੇ ਚਾਹੇ ਅੰਦਰ ਸਫਾਈ ਕਰਨ ਵਾਲੇ ਸਾਥੀ ਹੈ ਔਰ ਚਾਹੇ ਅੰਦਰਲਾ ਮੈਡੀਕਲ ਦਾ ਸਪੋਰਟ ਸਟਾਫ ਹੈ, ਮਲਟੀਪਰਪਸ ਹੈਲਥ ਵਰਕਰਸ ਦਾ ਔਰ ਚਾਹੇ ਡਾਕਟਰਸ ਅਟੈਂਡਿੰਗ ਡਾਕਟਰਸ ਹੈ, ਸਾਰਿਆਂ ਨਾਲ ਗੱਲ ਕਰਕੇ ਇਸ ਜ਼ਿਲ੍ਹੇ ਦੇ ਇਕੱਲੇ ਪੇਸ਼ੈਂਟ ਬਾਰੇ ਤੇ ਉਸ ਦੀ ਕੀ ਸਿਚੁਏਸ਼ਨ ਹੈ ਉਸ ਦੇ ਬਾਰੇ ਜਾਇਜ਼ਾ ਲਿੱਤਾ ਹੈ। ਮੈਂ DC ਸਾਹਿਬਾ, SSP ਸਾਹਿਬ ਸਵੇਰ ਤੋਂ ਔਰ ਸਿਵਲ ਸਰਜਨ ਔਰ ਸਾਡੇ ਰਿਸਪੈਕਟਿਵ SMOs ਤੇ ਉਸ ਹਰ ਹਸਪਤਾਲ ਦੇ ਜਾਂ ਆਈਸੋਲੇਸ਼ਨ ਸੈਂਟਰ ਦੇ ਇੰਚਾਰਜ ਸਾਹਿਬਾਨਾਂ ਨਾਲ ਲਗਾਤਾਰ ਮੀਟਿੰਗ ਕਰਕੇ ਇਸ ਗੱਲ ਦਾ ਜਾਇਜ਼ਾ ਲਿੱਤਾ ਹੈ ਔਰ ਜੋ ਕੋਈ ਚੀਜ਼ਾਂ ਸਾਡੇ ਧਿਆਨ ਵਿੱਚ ਆਈਆਂ ਜਿਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਇੰਪਰੂਵ ਕਰਨ ਦੀ ਗੱਲ ਹੈ ਦੈਟ ਵਿਲ ਆਲਸੋ ਬੀ ਡਨ ਔਰ ਜਿੱਥੇ ਬਹੁਤ ਅੱਛੀ ਫੀਡਬੈਕ ਮਿਲੀ ਹੈ। ਐਡਮਿਨਿਸਟ੍ਰੇਸ਼ਨ ਨੇ, ਸਮਾਜ ਸੇਵੀ ਜਥੇਬੰਦੀਆਂ ਨੇ ਤੇ ਸਾਡੇ ਸਾਰੇ ਸੋਸ਼ਲ ਵਰਕਰਸ ਨੇ ਔਰ ਸਾਡੇ ਵਲੰਟੀਅਰਸ ਨੇ ਜੋ ਸਾਡੀ ਪਾਰਟੀ ਨਾਲ ਜੁੜੇ ਹੋਏ ਹੈ, ਉਹਨਾਂ ਸਾਰਿਆਂ ਨੇ ਵਧੀਆ ਤਰੀਕੇ ਨਾਲ ਹਰ ਜਗ੍ਹਾ ਤੇ ਕੰਮ ਕੀਤਾ, ਚਾਹੇ ਕੋਈ ਰਾਸ਼ਨ ਵੰਡਣ ਦੀ ਗੱਲ ਆਈ ਤੇ ਚਾਹੇ ਕੋਈ ਸਿਹਤ ਸੇਵਾਵਾਂ ਦੇ ਤਹਿਤ ਕਿਸੇ ਵੀ ਕੋਵਿਡ ਪੇਸ਼ੈਂਟ ਨੂੰ ਸਪੋਰਟ ਕਰਨ ਦੀ ਗੱਲ ਆਈ। ਹਰ ਜਗ੍ਹਾ ਦੇ ਉੱਪਰ ਗੱਲ ਕਰਕੇ ਸਮਝ ਆਈ ਹੈ ਕਿ ਇੱਕ ਬਹੁਤ ਚੰਗਾ ਕੰਮ ਹੋਇਆ ਹੈ ਔਰ ਇਹ ਗੱਲ ਇਸ ਤੋਂ ਵੀ ਵਾਜਬ ਹੁੰਦੀ ਹੈ, ਇਸ ਗੱਲ ਤੋਂ ਵੀ ਕਨਫਰਮ ਹੁੰਦੀ ਹੈ ਕਿ DC ਨੇ, SDM ਨੇ ਜਾਂ ਬਹੁਤ ਸਾਰੇ ਹੋਰ ਪੁਲਿਸ ਕਰਮੀਆਂ ਨੇ ਜਾਂ ਮਲਟੀਪਰਪਸ ਹੈਲਥ ਵਰਕਰਸ ਨੇ ਕਦੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਔਰ ਉਹਦਾ ਇੱਕ ਇਹ ਵੀ ਕਾਰਨ ਹੈ ਕਿ ਇਹ ਲੋਕ ਵੀ ਕਰੋਨਾ ਦਾ ਸ਼ਿਕਾਰ ਹੋ ਗਏ। ਸੋ ਇਸ ਤੋਂ ਪਤਾ ਲੱਗਦਾ ਹੈ ਕਿ ਲਗਾਤਾਰ ਸਰਕਾਰ ਦੀ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਜੋ ਹਦਾਇਤ ਸਮੇਂ ਤੇ ਰਹੀ ਹੈ ਕਰੋਨਾ ਦੀ ਮਹਾਮਾਰੀ ਨੂੰ ਕਾਬੂ ਕਰਨ ਵਾਸਤੇ, ਉਸ ਚੀਜ਼ ਨੂੰ ਸਾਰੇ ਕਾਂਗਰਸ ਪਾਰਟੀ ਦੇ ਆਗੂ ਸਾਹਿਬਾਨਾਂ ਨੇ, ਅਹੁਦੇਦਾਰ ਸਾਹਿਬਾਨਾਂ ਨੇ, ਵਰਕਰ ਸਾਹਿਬਾਨਾਂ ਨੇ ਹਰ ਗੱਲ ਨੂੰ ਸਰਕਾਰ ਦੇ ਅਫਸਰ ਸਾਹਿਬਾਨਾਂ ਨਾਲ ਮਿਲ ਕੇ ਸਭ ਲੋਕਾਂ ਨੇ ਟੀਮ ਬਣਾ ਕੇ ਇਸ ਕੰਮ ਨੂੰ ਚੰਗੇ ਤਰੀਕੇ ਨਾਲ ਕੀਤਾ। ਮੰਤਰੀ ਸਾਹਿਬ ਗ੍ਰੀਵੈਂਸਸ ਕੀ ਆਈਆਂ ਪੇਸ਼ੈਂਟਸ ਦੀਆਂ, ਤੁਸੀਂ ਦੌਰਾ ਕੀਤਾ? ਲਾਰਜਲੀ ਮੈਂ ਲਾਰਜਲੀ ਤੁਹਾਨੂੰ ਇਹ ਕਹਿਣਾ ਚਾਹੁੰਦਾ ਇਸ ਜ਼ਿਲ੍ਹੇ ਦੇ ਵਿੱਚ ਕੋਈ ਜ਼ਿਆਦਾ ਗ੍ਰੀਵੈਂਸਸ ਡਾਇਰੈਕਟਲੀ ਪੇਸ਼ੈਂਟਸ ਵੱਲੋਂ ਨਹੀਂ ਆਈਆਂ। ਜਿਹੜੀਆਂ ਮੇਰੇ ਧਿਆਨ ਦੇ ਵਿੱਚ ਕੋਈ ਚੀਜ਼ਾਂ ਆਈਆਂ, ਜਿਸ ਤਰ੍ਹਾਂ ਕਿਤੇ ਐਂਬੂਲੈਂਸ ਦੇ ਵਿੱਚ ਕਮੀ ਸੀਗੀ, ਜਿਸ ਤਰ੍ਹਾਂ ਕਿਤੇ ਕਲੀਨਿਨੈਸ ਦੀ ਕਮੀ ਸੀਗੀ, ਉਸ ਨੂੰ ਅਪਗ੍ਰੇਡ ਕਰਨ ਵਾਸਤੇ ਮੈਂ ਤੇ DC ਸਾਹਿਬਾਂ ਨੇ ਜਾਇਜ਼ਾ ਲਿੱਤਾ ਹੈ ਔਰ ਕੰਸਰਨਡ ਸਿਵਲ ਸਰਜਨ ਨੂੰ ਤੇ ਅਥਾਰਟੀਜ਼ ਨੂੰ ਕਿਹਾ ਹੈ ਕਿ ਉਸ ਨੂੰ ਹੋਰ ਆਉਣ ਵਾਲੇ ਦਿਨਾਂ 'ਚ ਬੈਟਰ ਕੀਤਾ ਜਾਵੇ ਤਾਂ ਕਿ ਅਸੀਂ ਉਸ ਸਹੂਲਤ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਚੰਗੇ ਤਰੀਕੇ ਨਾਲ ਕਾਮਯਾਬੀ ਕਰ ਸਕੀਏ। ਰੋਪੜ ਸਿਵਲ ਹਸਪੀਟਲ ਦੇ ਵਿੱਚ ਜਿੱਥੇ ਕਰੋਨਾ ਦਾ ਟੈਸਟ ਹੁੰਦਾ ਹੈ ਉਸ ਚੀਜ਼ ਨੂੰ ਤਾਂ ਸ਼ੈੱਡ ਪਾ ਕੇ ਕਵਰਡ ਕੀਤਾ ਹੋਇਆ, ਲੇਕਿਨ ਜਿਹੜਾ ਪੇਸ਼ੈਂਟ ਆਉਂਦਾ ਹੈ ਜਾਂ ਜਿਸਨੇ ਆਪਣਾ ਸੈਂਪਲ ਦੇਣਾ ਹੈ ਉਹਦੇ ਉੱਪਰ ਕੋਈ ਛੱਤ ਨਹੀਂ ਹੈ, ਬਾਰਿਸ਼ ਵੀ ਆਉਂਦੀ ਹੈ, ਧੁੱਪ ਵੀ ਹੁੰਦੀ ਹੈ, ਮੌਸਮ ਦਾ ਵੀ ਪ੍ਰੋਬਲਮ ਆਉਂਦੀ ਹੈ, ਉਸ ਚੀਜ਼ ਵੱਲ ਮੰਤਰੀ ਸਾਹਿਬ ਧਿਆਨ ਦੇਣ ਦੀ ਥੋੜੀ ਲੋੜ ਹੈ। ਬਿਲਕੁਲ, ਮੈਂ ਦੱਸ ਹੀ ਰਿਹਾ ਤੁਹਾਨੂੰ, ਜਿਹੜੀ ਤੁਸੀਂ ਗੱਲ ਕੀਤੀ ਹੈ ਅਸੀਂ ਉਸੇ ਜਗ੍ਹਾ ਤੇ ਖੜ ਕੇ ਹੀ ਮੈਂ ਐਂਬੂਲੈਂਸਿਸ ਨੂੰ ਖੋਲ ਕੇ ਆਪ ਵਿਜ਼ਿਟ ਕਰਕੇ ਆਏ ਹਾਂ ਔਰ ਜਿੱਥੇ ਲੋਕਾਂ ਦਾ ਟੈਸਟ ਹੁੰਦਾ ਅੱਜ ਵੀ ਉੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ਾਇਦ 400 ਲੋਕਾਂ ਦਾ ਅੱਜ ਵੀ ਟੈਸਟ ਹੋਇਆ। ਸੋ ਅਗਰ ਟੈਸਟਿੰਗ ਦੇ ਰੇਟ ਦੀ ਗੱਲ ਕਰੀਏ ਤਾਂ ਜੋ ਡਿਸਟ੍ਰਿਕਟ ਦੀ ਐਵਰੇਜ ਹੋਣੀ ਚਾਹੀਦੀ ਹੈ ਦੈਟ ਇਜ਼ ਆਲਸੋ ਕੁਆਇਟ ਗੁੱਡ। ਜੇ ਤੁਹਾਡਾ ਉਰੇ ਦਾ ਜ਼ਿਲ੍ਹੇ ਦੀ ਪਾਪੂਲੇਸ਼ਨ ਦੇ ਹਿਸਾਬ ਨਾਲ 1000 ਟੈਸਟ ਦਾ ਟਾਰਗੇਟ ਹੈ ਤਾਂ ਵੀ ਆਰ ਆਲਰੇਡੀ ਅਚੀਵਿੰਗ ਅ ਟੈਸਟ ਟਾਰਗੇਟ ਆਫ 700 ਔਨ ਅ ਡੇ ਟੂ ਡੇ ਬੇਸਿਸ। ਔਰ ਜਿੱਥੇ ਤੱਕ ਤੁਸੀਂ ਗੱਲ ਕੀਤੀ ਹੈ ਕਿ ਜਿੱਥੇ ਪੇਸ਼ੈਂਟ ਆ ਕੇ ਖੜਦਾ ਹੈ ਜਾਂ ਜਿੱਥੇ ਟੈਸਟ ਕਰਾਉਣ ਵਾਲਾ ਵਿਅਕਤੀ ਆ ਕੇ ਖੜਦਾ ਹੈ ਉੱਥੇ ਵੀ ਅਸੀਂ ਕਿਹਾ ਕਿ ਕਿਸੇ ਤਰੀਕੇ ਨਾਲ ਕੋਈ ਟੈਂਪਰੇਰੀ ਉੱਥੇ ਛੱਤ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਉਸ ਗੱਲ ਦੀ ਸਹੂਲੀਅਤ ਮਿਲ ਸਕੇ ਸੋ ਦੈਟ ਦੇ ਡੋਂਟ ਹੈਵ ਟੂ ਸਟੈਂਡ ਇਨ ਦ ਸਨ। ਉੱਥੇ ਕੋਈ ਟੋਕਨ ਹੋਣਾ ਚਾਹੀਦਾ, ਕੋਈ ਟੋਕਨ ਨਹੀਂ ਹੈ, ਕੋਈ ਸਿਸਟਮ ਲੋਕ ਖੜੇ ਆ ਵਿਦਆਊਟ ਮਾਸਕ ਖੜੇ ਆ। ਕੋਈ ਗੱਲ ਨਹੀਂ ਜੀ, ਆਪਾਂ ਟੋਕਨ ਵੀ ਸ਼ੁਰੂ ਕਰਾ ਦਿੰਦੇ ਹਾਂ। ਸੋ ਸੀ ਵੀ ਆਰ ਆਲ ਫਾਈਟਿੰਗ ਅ ਕਾਮਨ ਕਾਜ਼। ਜਦੋਂ ਆਪਾਂ ਕਰੋਨਾ ਦੀ ਗੱਲ ਕਰਦੇ ਹਾਂ ਤੇ ਕਰੋਨਾ ਵਾਸਤੇ ਜਿਸ ਤਰ੍ਹਾਂ ਮੈਂ ਕਿਹਾ ਕਿ ਸਾਰੇ ਸੋਸ਼ਲ ਆਰਗੇਨਾਈਜੇਸ਼ਨਸ, ਵਲੰਟੀਅਰਸ, ਐਡਮਿਨਿਸਟ੍ਰੇਸ਼ਨ, ਸਰਕਾਰ ਦੇ ਨੁਮਾਇੰਦੇ ਤੇ ਮੀਡੀਆ ਦੇ ਲੋਕ ਆਪਾਂ ਸਾਰੇ ਵੀ ਆਰ ਆਲ ਪਾਰਟ ਆਫ ਈਚ ਅਦਰ।
ਤੇ ਡਿਸਟ੍ਰਿਕਟ ਲੈਵਲ ਕਮੇਟੀਜ਼ ਹੈ ਨਹੀਂ ਕੋਈ ਡਿਸਟ੍ਰਿਕਟ ਸੀ ਗੱਲ ਇਹ ਹੈ ਕਿ ਆਈ ਐਮ ਸੇਇੰਗ ਵੀ ਆਰ ਆਲ ਪਾਰਟ ਆਫ ਈਚ ਅਦਰ। ਜਿਵੇਂ ਤੁਸੀਂ ਕੋਈ ਗੱਲ ਰੇਜ਼ ਕੀਤੀ ਹੈ ਕਿ ਟੋਕਨ ਹੋਣਾ ਚਾਹੀਦਾ ਹੈ, ਕੋਈ ਗੱਲ ਨਹੀਂ, ਵੀ ਵਿਲ ਇੰਟਰੋਡਿਊਸ ਅ ਟੋਕਨ ਸਿਸਟਮ। ਹੋਰ ਬਹੁਤ ਫੀਡਬੈਕ ਹੈ ਜੀ, ਦਿਓ ਪਲੀਜ਼, ਯੂ ਆਰ ਮੋਸਟ ਵੈਲਕਮ। ਮੈਂ ਇਸੇ ਕਰਕੇ ਬੈਠਾ ਹਾਂ, ਡੀਸੀ ਸਾਹਿਬਾ ਤੇ ਐਸਐਸਪੀ ਸਾਹਿਬ ਔਰ ਇਸੇ ਕਰਕੇ ਬੈਠੇ ਤੇ ਸਾਡੇ ਹੈਲਥ ਦੇ ਆਫਿਸਰ ਇਸੇ ਕਰਕੇ ਬੈਠੇ ਹੈ ਕਿ ਦੇਰਾ ਵੀ ਫੀਡਬੈਕ ਮੈਂ ਕੌਨਫੀਡੈਂਟ ਹਾਂ ਕਿ ਜੇ ਇਦੋਂ ਪਹਿਲਾਂ ਵੀ ਕੋਈ ਫੀਡਬੈਕ ਤੁਹਾਡੇ ਵੱਲੋਂ ਐਡਮਿਨਿਸਟ੍ਰੇਸ਼ਨ ਨੂੰ ਦਿੱਤਾ ਗਿਆ ਹੋਊਗਾ ਤਾਂ ਉਸ ਗੱਲ ਦੇ ਉੱਪਰ ਵੀ ਐਕਸੈਪਟੇਬਿਲਿਟੀ ਆਈ ਹੋਊਗੀ। ਔਰ ਜੇ ਤੁਹਾਨੂੰ ਲੱਗਦਾ ਕਿ ਉਹਦੇ 'ਚ ਕੋਈ ਕਮੀ ਆਈ ਹੈ ਤਾਂ ਯੂ ਕੈਨ ਪਲੀਜ਼ ਟੈਲ ਇਟ ਅਗੇਨ ਸੋ ਦੈਟ ਵੀ ਕੈਨ ਟੇਕ ਕੇਅਰ ਇਨ ਦ ਫਿਊਚਰ ਐਜ਼ ਵੈਲ। ਸਰ ਇਹ ਜਿਹੜੇ ਹੁਣ ਆਮ ਆਦਮੀ ਪਾਰਟੀ ਆਕਸੀਮੀਟਰ ਲੈ ਕੇ ਜਾ ਰਹੇ ਆ ਲੋਕਾਂ ਦੇ ਘਰ ਘਰ, ਤੁਸੀਂ ਕਿੰਨਾ ਕੁ ਜਾਇਜ਼ ਸਮਝਦੇ ਹੋ ਜੀ ਇਸ ਦਾ? ਦੇਖੋ ਗੱਲ ਇਹ ਹੈ ਕਿ ਮੈਂ ਆਮ ਆਦਮੀ ਪਾਰਟੀ ਕੀ ਕਰ ਰਹੀ ਹੈ ਜਾਂ ਵਿਰੋਧੀ ਲੋਕ ਕਿਸ ਤਰ੍ਹਾਂ ਦਾ ਪ੍ਰਚਾਰ ਕਰ ਰਹੇ, ਮੈਂ ਉਸ ਗੱਲ ਤੇ ਨਹੀਂ ਜਾਣਾ ਚਾਹੁੰਦਾ। ਸਾਨੂੰ ਪਤਾ ਐਜ਼ ਅ ਗਵਰਨਮੈਂਟ, ਮਾਨਯੋਗ ਮੁੱਖ ਮੰਤਰੀ ਜੀ ਦੀ ਪਹਿਲੇ ਦਿਨ ਤੋਂ ਅਗਾਂਹ ਵਧੂ ਸੋਚ ਦੇ ਸਦਕਾ ਅਸੀਂ ਪੰਜਾਬ ਨੂੰ ਹੁਣ ਤੱਕ ਕਰੋਨਾ ਦੀ ਮਹਾਮਾਰੀ ਤੋਂ ਬਹੁਤ ਵੱਡੇ ਪੈਮਾਨੇ ਤੱਕ ਬਚਾ ਸਕੇ ਹਾਂ। ਔਰ ਅੱਜ ਜੇ ਕੋਈ ਰਾਜਨੀਤਿਕ ਪਾਰਟੀਆਂ ਪਿਛਲੇ 4.5 ਮਹੀਨਿਆਂ 'ਚ ਕੀਤਾ ਹੋਇਆ ਕੰਮ, ਚਾਹੇ ਉਹ ਹੈਲਥ ਵਰਕਰਸ ਨੇ ਕੀਤਾ, ਚਾਹੇ ਉਹ ਮਿਊਨਿਸਪਲ ਕਮੇਟੀ ਵਰਕਰਸ ਨੇ ਕੀਤਾ, ਚਾਹੇ ਉਹ ਪੁਲਿਸ ਕਰਮੀਆਂ ਨੇ ਕੀਤਾ ਤੇ ਚਾਹੇ ਉਹ ਸਮਾਜ ਸੇਵੀ ਜਥੇਬੰਦੀਆਂ ਨੇ ਕੀਤਾ ਜਾਂ ਸਾਡੇ ਵਲੰਟੀਅਰਸ ਨੇ ਕੀਤਾ, ਇਹ ਸਾਰਿਆਂ ਦੇ ਸਾਹਮਣੇ ਹੈ, ਲੋਕਾਂ ਦੇ ਸਾਹਮਣੇ ਹੈ। ਤੇ ਇਸ ਦੇ ਨਾਲ ਕਿਸੇ ਰਾਜਨੀਤਿਕ ਪਾਰਟੀ ਵੱਲੋਂ ਵਿਰੋਧਤਾ ਕਰਨ ਦੇ ਨਾਲ ਜਾਂ ਕੋਈ ਵੀਡੀਓ ਪਾਉਣ ਦੇ ਨਾਲ ਲੋਕਾਂ ਦੇ ਮਨ ਦੇ ਵਿੱਚੋਂ ਉਸ ਛਵੀ ਨੂੰ ਕੋਈ ਹਟਾ ਨਹੀਂ ਸਕਦਾ। ਸੋ ਇਹ ਐਵਰੀਬਡੀ ਨੋਜ਼, ਹਰ ਬੰਦੇ ਦੇ ਦਿਲ ਨੂੰ ਪਤਾ ਕਿ ਕੰਮ ਪਿਛੇ 4.5 ਸਾਲ 'ਚ 4.5 ਮਹੀਨਿਆਂ 'ਚ ਕੀ ਕੀਤਾ ਹੈ। ਮੈਂ ਪਹਿਲਾਂ ਵੀ ਕਹਿ ਰਿਹਾ ਕਿ ਜਦੋਂ ਐਡੀ ਵੱਡੀ ਮਹਾਮਾਰੀ ਹੁੰਦੀ ਹੈ, ਜਦੋਂ ਪਰਿਵਾਰ ਦੇ ਕਿਸੇ ਬੰਦੇ ਨੂੰ ਅਗਰ ਕਰੋਨਾ ਹੋ ਜਾਏ ਨਾ ਤਾਂ ਪਰਿਵਾਰ ਦਾ ਜਿਹੜਾ ਜੀ ਹੁੰਦਾ ਕਈ ਵਾਰ ਉਹ ਵੀ ਨੇੜੇ ਜਾਣ ਤੋਂ ਕਤਰਾਣ ਲੱਗ ਜਾਂਦਾ। ਤੇ ਇਸ ਕਰਕੇ ਜਿਹੜੀ ਫੈਸਿਲਿਟੀਜ਼ ਪੂਰੇ ਹੈਲਥ ਵਰਕਰਸ ਕਰ ਰਹੇ ਹੈ, ਜਿਹੜੇ ਲੋਕ ਸਫਾਈ ਕਰ ਰਹੇ ਹੈ ਕਰੋਨਾ ਵਾਰਡਸ ਦੇ ਵਿੱਚ ਜਾ ਕੇ, ਜਿਹੜੇ ਕਰੋਨਾ ਦੀ ਪੇਸ਼ੈਂਟਸ ਨੂੰ ਡਾਕਟਰਸ ਹੈਂਡਲ ਕਰ ਰਹੇ ਹੈ ਜਾਂ ਜਿਹੜਾ ਐਡਮਿਨਿਸਟ੍ਰੇਸ਼ਨ ਦਿਨ ਰਾਤ ਸਰਕਾਰ ਨਾਲ ਮਿਲ ਕੇ ਕੰਮ ਕਰ ਰਿਹਾ ਹੈ, ਆਈ ਥਿੰਕ ਵੀ ਸ਼ੁੱਡ ਐਪਰੀਸ਼ੀਏਟ देयर ਐਫਰਟ ਐਂਡ ਵੀ ਸ਼ੁੱਡ ਰਾਦਰ ਦੈਨ ਕ੍ਰਿਟਿਸਾਈਜ਼ਿੰਗ ਐਨੀਥਿੰਗ ਵੀ ਸ਼ੁੱਡ ਆਲ ਸਾਰੇ ਐਪਰੀਸ਼ੀਏਟ ਕਰਦੇ ਜੀ, ਉਸ ਗੱਲ ਨੂੰ ਕੋਈ ਨਹੀਂ। ਮੈਂ ਦੈਟਸ ਵਾਟ ਫਿਰ ਉਹਨਾਂ ਦਾ ਸਵਾਲ ਇਹ ਸੀਗਾ ਕਿ ਜੀ ਕੁਝ ਰਾਜਨੀਤਿਕ ਪਾਰਟੀਆਂ ਇਹੋ ਜਿਹੀ ਗੱਲਾਂ ਕਰਦੀਆਂ, ਉਹਨਾਂ ਦਾ ਕੰਮ ਹੈ ਜੀ, ਉਹਨਾਂ ਦਾ ਆਪਣਾ ਕੰਮ ਹੈ ਜੀ। ਦੈਟਸ ਵਾਟ ਆਈ ਐਮ ਸੇਇੰਗ, ਮੈਂ ਵੀ ਉਹੀ ਗੱਲ ਕਹਿ ਰਿਹਾ ਕਿ ਅੱਜ ਦੇ ਵਕਤ ਮੈਂ ਤੁਹਾਨੂੰ ਕਹਿੰਦਾ ਫੀਡਬੈਕ ਵਾਸਤੇ ਬਕਾਇਦਾ ਕੋਈ ਕਮੇਟੀ ਜਾਂ ਆਫਿਸਰ ਕੋਈ ਕਰੋ, ਬਹੁਤ ਫੀਡਬੈਕ ਦੀ ਲੋੜ ਹੈ। Sir, ਮੈਂ ਕੀ ਕਹਿ ਰਿਹਾ ਕਿ I am sitting here, all the officers are sitting here. Once the press conference is over, we can sit and have an interaction with you to have your feedback. ਤੁਹਾਡਾ feedback ਆਊਗਾ, ਅਸੀਂ ਉਸ feedback ਦੇ ਉੱਪਰ ਕੰਮ ਕਰਾਂਗੇ। press conference ਖਤਮ ਹੋ ਜਾਣ ਦਿਓ, ਉਸ ਤੋਂ ਬਾਅਦ you are also a rightful citizen of ਪੰਜਾਬ। ਸਰ ਹੁਣ ਸਾਰੀ ਜਿਹੜੀ ਮੌਤਾਂ ਉਹ ਕਰੋਨਾ ਨਾਲ ਹੋਈਆਂ, ਚਾਹੇ ਉਹਦੀ ਹੈਮਰੇਜ ਮੌਤ ਹੋਈ ਹੈ, ਚਾਹੇ ਉਹਦੀ ਪਿੰਕਰੀਆ ਨਾਲ ਮੌਤ ਹੋਈ ਹੈ, ਔਰ ਦੇਖੋ ਖਾਤੇ ਜਾ ਰਹੀਆਂ ਲੋਕਾਂ 'ਚ ਇਹ ਵੀ ਦਹਿਸ਼ਤ ਢਾਈਆਂ ਜਾ ਸਕਦੀਆਂ ਜਦੋਂ ਪਤਾ ਲੱਗੇ ਵੀ ਪਿੰਕਰੀਆ ਨਾਲ ਲੈ ਕੇ ਆਏ। ਮੈਂ ਹੋਰ ਕਹਿਣਾ ਚਾਹੁੰਦਾ, ਮੇਰੇ ਹਿਸਾਬ ਨਾਲ ਜਿੰਨੀ ਕਿ ਮੇਰੀ ਸਮਝ ਹੈ, ਜਿੰਨੀਆਂ ਕੋਈ ਮੋਰਟੈਲਿਟੀ ਰੇਟ ਆ ਰਿਹਾ ਹੈ ਉਹ ਬੇਸਿਕਲੀ ਜਿਹੜੇ ਪੇਸ਼ੈਂਟਸ ਨੂੰ ਕੋਈ ਬਿਮਾਰੀ ਪਹਿਲਾਂ ਤੋਂ ਹੈਗੀ ਹੈ, ਉਹੀ ਕਰ ਰਿਹਾ ਨਹੀਂ ਦੈਟਸ ਓਕੇ, ਬਟ ਬਿਕੋਜ਼ ਉਹਨਾਂ ਦੇ ਸਰੀਰ 'ਚ ਪਹਿਲਾਂ ਕੋਈ ਬਿਮਾਰੀ ਹੈ ਤਾਂ ਉਹਨਾਂ ਨੂੰ ਕੋਵਿਡ ਦੇ ਵਿੱਚ ਉਹ ਫਸਦੇ ਆ ਬਹੁਤ ਜਲਦੀ ਤੇ ਮੁੜ ਕੇ ਕੋਵਿਡ 'ਚੋਂ ਬਾਹਰ ਨਹੀਂ ਨਿਕਲ ਪਾਉਂਦੇ। ਤਾਂ ਇਸ ਕਰਕੇ ਮੋਰਟੈਲਿਟੀ ਉਸ ਪੇਸ਼ੈਂਟਸ ਦੀ ਜ਼ਿਆਦਾ ਵਧੀ ਹੈ ਜਿਨ੍ਹਾਂ ਨੂੰ ਕੋਈ ਪਹਿਲਾਂ ਕੋਈ ਕ੍ਰੋਨਿਕ ਬਿਮਾਰੀ ਹੈ। ਤਾਂ ਇਸ ਕਰਕੇ ਆਪਾਂ ਤਾਂ ਹੀ ਸਾਰਿਆਂ ਨੂੰ ਇਹ ਕਿਹਾ ਜਾ ਰਿਹਾ ਹੈ, ਕੋਈ ਆਦਮੀ ਕਹਿ ਦਿੰਦਾ ਜੀ ਕਿ ਸਰਕਾਰ ਨੇ ਕਰਫਿਊ ਲਗਾਤਾ ਜਾਂ ਸਰਕਾਰ ਨੇ ਲੋਕਡਾਊਨ ਨੂੰ ਵਧਾਤਾ। ਇਟ ਇਜ਼ ਜੋ ਵੀ ਸਰਕਾਰ ਕਰ ਰਹੀ ਹੈ, ਵੀ ਆਰ ਡੂਇੰਗ ਇਟ ਫॉर द ਪੀਪਲ ਆਫ ਪੰਜਾਬ। ਅਸੀਂ ਚਾਹੁੰਦੇ ਹਾਂ ਸੇਫਟੀ ਹੋਵੇ, ਲੋਕ ਬਚਣ। ਕਈ ਵਾਰ ਅਸੀਂ ਆਪਣੇ ਕੋਈ ਚੀਜ਼ਾਂ ਦੀ ਉਲੰਘਣਾ ਕਰਦੇ ਹਾਂ, ਉਹ ਉਲੰਘਣਾ ਕਰਨਾ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ, ਉਲੰਘਣਾ ਨਾਲ ਸਾਡਾ ਨੁਕਸਾਨ ਹੋ ਰਿਹਾ ਹੈ। ਅਗਰ ਸਰਕਾਰ ਕੋਈ ਹਦਾਇਤਾਂ ਦੇ ਰਹੀ ਹੈ, ਦੈਟ ਇਜ਼ ਇਨ ਦੀ ਇੰਟਰਸਟ ਆਫ ਦੀ ਪੀਪਲ ਆਫ ਪੰਜਾਬ। ਅਸੀਂ ਲੋਕਾਂ ਦੇ ਹਿੱਤ ਵਾਸਤੇ ਇਹੋ ਜਿਹੀ ਸਖਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਐਸੇ ਗਾਈਡਲਾਈਨਸ ਦੇ ਰਹੇ ਹਾਂ। ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਸਾਨੂੰ ਇਹ ਸਰਕਾਰ ਦੀਆਂ ਗਾਈਡਲਾਈਨਸ ਨੂੰ ਮੰਨਣਾ ਚਾਹੀਦਾ ਹੈ, ਇਹਨਾਂ ਦੇ ਉੱਪਰ ਸੋਚਣਾ ਚਾਹੀਦਾ ਔਰ ਇਹਨਾਂ ਨੂੰ ਤੇ ਉੱਪਰ ਅਮਲ ਕਰਨਾ ਚਾਹੀਦਾ, ਬਿਕੋਜ਼ ਜੋ ਵੀ ਗਾਈਡਲਾਈਨ ਆ ਰਹੀ ਹੈ ਇਹ ਲੋਕਾਂ ਦੇ ਫਾਇਦੇ ਵਾਸਤੇ ਆ ਰਹੀ ਹੈ। ਬਹੁਤ ਵੱਡੇ ਐਕਸਪਰਟਸ ਕਰੋਨਾ ਨੇ ਕਿਸ ਤਰ੍ਹਾਂ ਬਿਹੇਵ ਕਰਨਾ ਹੈ ਉਸ ਦੇ ਉੱਪਰ ਕੰਮ ਕਰ ਰਹੇ ਹਨ ਔਰ ਉਸ ਤੋਂ ਬਾਅਦ ਹੀ ਇਹ ਗਾਈਡਲਾਈਨਸ ਆ ਰਹੀਆਂ। ਮੰਤਰੀ ਸਾਹਿਬ, ਹੁਣ ਸਕੂਲ ਖੋਲ੍ਹਣ ਦੀ ਗੱਲ ਆ ਗਈ, ਹੁਣ ਕੀ ਪੰਜਾਬ ਸਰਕਾਰ ਸਕੂਲ ਖੋਲ੍ਹਣ ਦੀ ਜਿਹੜੀ ਸੈਂਟਰ ਦੀ ਗੱਲ ਕਰ ਰਿਹਾ ਕੀ ਉਹਦੇ ਲਈ ਕਰੂਗੀ, ਕੀ ਕਰੂਗੀ? ਪੰਜਾਬ ਸਰਕਾਰ ਹਲੇ ਸਕੂਲ ਖੋਲ੍ਹਣ ਵਾਸਤੇ ਕੋਈ ਫੈਸਲਾ ਨਹੀਂ ਕਰ ਰਹੀ। ਸਾਡੇ ਵਾਸਤੇ ਪਹਿਲਾਂ ਵੀ ਕੈਬਨਿਟ 'ਚ ਡਿਸਕਸ ਹੋਇਆ ਸੀਗਾ ਕਿ ਜਦ ਤੱਕ ਕਰੋਨਾ ਦੀ ਮਹਾਮਾਰੀ ਦੇ ਵਿੱਚ ਠੱਲ ਨਹੀਂ ਪੈਂਦੀ ਪੰਜਾਬ ਦੇ ਸੂਬੇ ਵਿੱਚ, ਸਾਡੇ ਕੋਲ ਸਾਰਾ ਘਰ ਵੀ ਹੈ ਤੇ ਸਾਡੇ ਰੋਪੜ ਦੀਆਂ ਸੜਕਾਂ ਤੇ ਬਹੁਤ ਬੁਰਾ ਹਾਲ ਹੈ। ਨਹੀਂ ਤੁਹਾਡੇ ਸੜਕਾਂ ਦਾ ਬੁਰਾ ਹਾਲ ਨਹੀਂ ਹੈ। ਸਭ ਤੋਂ ਪ੍ਰੋਬਲਮ ਤੁਹਾਡੇ ਰੋਪੜ ਦੀ ਸੜਕਾਂ ਦੀ ਇਹ ਹੁੰਦੀ ਹੈ ਕਿ ਜਿਹੜੀ ਮਾਈਨਿੰਗ ਉਰੇ ਚੱਲਦੀ ਹੈ ਨਾ, ਉਹਦੇ ਕਰਕੇ ਜਿਹੜੇ ਟਿੱਪਰਾਂ ਦੇ ਵਿੱਚ ਫਾਲਤੂ ਲੋਡ ਪੈਂਦਾ, ਉਹਦੇ ਕਰਕੇ ਸੜਕਾਂ ਜਲਦੀ ਟੁੱਟਦੀਆਂ। ਬਾਕੀ ਜਿਹੜੇ ਤੁਹਾਡੇ ਪ੍ਰੋਜੈਕਟਸ ਹੈ ਮੇਰੇ ਕੋਲੇ ਇਸ ਜ਼ਿਲ੍ਹੇ ਦੇ ਵਿੱਚੋਂ ਬਣ ਕੇ ਆਏ ਹੋਏ, ਮੇਰੇ ਸਾਰੀ ਟੀਮ ਮੇਰੇ ਨਾਲ ਹੈ। ਵੀ ਆਰ ਆਲਰੇਡੀ ਰਿਵਿਊਇੰਗ ਦੇ ਪ੍ਰੋਜੈਕਟਸ, ਚਾਹੇ ਉਹ 400 ਸਾਲਾ ਗੁਰੂ ਤੇਗ ਬਹਾਦਰ ਜੀ ਦੇ
ਨਾਲ ਸੰਬੰਧਿਤ ਗੱਲ ਹੈ ਤੇ ਚਾਹੇ ਸਾਡੇ ਰੋਪੜ ਦੀ ਗੱਲ ਹੈ, ਵੀ ਆਰ ਟੇਕਿੰਗ ਕੇਅਰ ਆਫ ਇਟ। ਤੁਹਾਨੂੰ ਪਤਾ ਕਿ ਕੋਵਿਡ ਕਰਕੇ ਕੁਝ ਫਾਈਨੈਂਸ਼ੀਅਲ ਕੰਸਟ੍ਰੇਂਟਸ ਵੀ ਆ ਗਏ ਸੀ ਪਿਛਲੇ 4-5 ਮਹੀਨਿਆਂ ਤੋਂ, ਕਿਉਂਕਿ ਮਾਰਚ ਤੋਂ ਬਾਅਦ ਕੋਈ ਕੰਮ ਵੀ ਨਹੀਂ ਹੋ ਸਕਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਸ ਨੂੰ ਜਲਦੀ ਤੋਂ ਜਲਦੀ ਚਲਾਵਾਂਗੇ ਤਾਂ ਕਿ ਲੋਕਾਂ ਨੂੰ ਇਸ ਗੱਲ ਦੇ ਨਾਲ ਸੋਚਣਾ ਚਾਹੀਦਾ। ਮਾਈਨਿੰਗ ਦੀ ਗੱਲ ਕੀਤੀ ਹੈ, ਜ਼ਿੰਮੇਵਾਰ ਮੈਂ ਨਹੀਂ ਓਵਰਲੋਡਿੰਗ ਨੂੰ ਠਹਿਰਾਇਆ, ਮੈਂ ਉਹਦੇ ਪਰ ਓਵਰਲੋਡਿੰਗ ਰੋਕਣਾ ਕਿਹਦਾ ਕੰਮ ਮੈਂ ਹੈ? ਕਿਹਾ ਠੀਕ ਹੈ, ਮੈਂ ਤਾਂ ਕਹਿ ਰਿਹਾ ਕਿ ਅਸੀਂ ਉਸ ਗੱਲ ਦੇ ਉੱਪਰ ਇਨਫੋਰਸ ਕਰ ਰਹੇ ਹਾਂ। ਮੈਂ ਓਨਲੀ ਪੁਆਇੰਟ ਤੁਸੀਂ ਕਿਹਾ ਨਾ ਕਿ ਸੜਕ ਦਾ ਬੜਾ ਬੁਰਾ ਹਾਲ ਹੈ, ਮੈਂ ਤੁਹਾਨੂੰ ਇਹ ਕਿਹਾ ਕਿ ਇਹ ਉਸ ਗੱਲ ਕਰਕੇ ਦਿਸ ਇਜ਼ ਵਨ ਆਫ ਦ ਰੀਜ਼ਨ। ਦੇਖੋ ਮਤਲਬ ਪਤਾ ਕਿ ਸ਼ਹਿਰ ਦੀਆਂ ਜਿਹੜੀਆਂ ਸੜਕਾਂ ਹੈ ਨਾ, ਇੰਟਰਨਲ ਰੋਡਸ ਹੈ ਨਾ, ਉਹ ਤਾਂ ਫਿਰ ਮੁਸਪਲ ਕਮੇਟੀ ਥੱਲੇ ਚੱਲਦਾ ਬਹੁਤ ਬੁਰਾ ਹਾਲ ਨਹੀਂ, ਫਿਰ ਉਹਦਾ ਨਹੀਂ ਦੇਖੋ ਗੱਲ ਇਸ ਤਰ੍ਹਾਂ ਹੈ। ਮੈਂ ਗੜਸ਼ੰਕਰ ਰੋਡ ਆ, ਬਹੁਤ ਬੁਰਾ ਹਾਲ ਹੈ ਜੀ ਸਾਰੀ ਦਾ। ਮੈਂ ਵੈਸੇ ਗੱਲ ਬੱਚੇ ਕੰਮ ਲਟਕਿਆ ਹੋਇਆ, ਔਰ ਉਸ ਤੋਂ ਇਲਾਵਾ ਲਟਕੇ ਮੈਂ ਤਾਂ ਕਹਿ ਹੀ ਰਿਹਾ ਲਟਕੇ, ਮੈਂ ਤਾਂ ਖੁਦ ਐਡਮਿਟ ਕਰ ਰਹੇ ਹਾਂ ਕਿ ਬਿਕੋਜ਼ ਆਫ ਕਰੋਨਾ ਕਰਕੇ ਪਿਛਲੇ 5 ਮਹੀਨੇ ਤੋਂ ਕੋਈ ਵੀ ਕੰਮ ਨਹੀਂ ਚੱਲ ਪਾਇਆ। ਕਿਤੇ ਲੇਬਰ ਇਸ਼ੂਜ਼ ਹੈ, ਕਿਤੇ ਫਾਈਨੈਂਸ਼ੀਅਲ ਇਸ਼ੂਜ਼ ਹੈ। ਵੀ ਵਿਲ ਬੀ ਸਟਾਰਟਿੰਗ ਦ ਵਰਕ ਸੂਨ। ਇੱਕ ਵਾਰ ਥੋੜਾ ਜਿਹਾ ਸਭ 3.5 ਸਾਲ ਹੋ ਗਏ ਤੁਹਾਡੀ ਸਰਕਾਰ ਨੂੰ। ਆਮ ਆਦਮੀ ਪਾਰਟੀ ਔਰ ਹੋਰ ਜਿਹੜੀਆਂ ਤੁਹਾਡੀ ਵਿਰੋਧੀ ਪਾਰਟੀਆਂ ਨੇ ਉਹ ਸੜਕਾਂ ਦੇ ਕਦੇ ਮੱਛੀਆਂ ਛੱਡਦੀਆਂ ਨੇ, ਕਦੇ ਝੋਲ ਲਾ ਕੇ ਪ੍ਰੋਟੈਸਟ। ਕੋਈ ਗੱਲ ਨਹੀਂ ਯਾਰ, ਵਿਰੋਧੀ ਪਾਰਟੀਆਂ ਦਾ ਕੰਮ, ਉਹ ਤਾਂ ਕਰੋਨਾ ਦੀ ਜਿਹੜੀ ਚੰਗੀ ਗੱਲ ਸਰਕਾਰ ਨੇ ਪਿਛਲੇ 4.5 ਮਹੀਨੇ ਤੋਂ ਕੀਤੀ ਹੈ, ਉਹ ਤਾਂ ਉਹਨੂੰ ਵੀ ਐਪਰੀਸ਼ੀਏਟ ਕਰਨ ਨੂੰ ਤਿਆਰ ਨਹੀਂ। ਤੇ ਕੋਈ ਗੱਲ ਨਹੀਂ, ਹੋਇਆ ਨਹੀਂ ਸਰ, ਸੇ ਐਡੀ ਕੰਮ ਨਹੀਂ ਨਾ ਹੋਇਆ। ਐਨੀ ਕੋਈ ਗੱਲ ਨਹੀਂ, ਤੁਸੀਂ ਰੇਜ਼ ਕਰਤਾ ਪੁਆਇੰਟ, ਆਲ ਆਨਸਰਡ ਯਾਰ। ਆਪਾਂ ਦੇ ਉੱਪਰ ਨਾ ਪੌਂਡ ਬਣੇ ਹੋਏ ਆ ਪਾਣੀ ਦੇ। ਆਨਸਰ ਦੇ ਦਿਓ। ਹਾਂ ਮੈਂ ਦੇਤਾ। ਜੀ ਆਨਸਰ ਦੇ ਦਿਓ ਇਹਦਾ ਵੀ ਕੀ। ਮੈਂ ਕਿਹਾ ਆਮ ਆਦਮੀ ਪਾਰਟੀ ਦਾ ਕੰਮ ਹੈ ਇਸ਼ੂਜ਼ ਨੂੰ ਰੇਜ਼ ਕਰਨਾ, ਸਾਡਾ ਸਰਕਾਰ ਦਾ ਕੰਮ ਹੈ ਜ਼ਿੰਮੇਵਾਰੀ ਨਾਲ ਕੰਮ ਕਰਨਾ। ਇਹ ਪੀਪਲ ਵਿਲ ਡਿਸਾਈਡ ਵੈਨ ਦੀ ਇਲੈਕਸ਼ਨਸ ਵਿਲ ਕਮ ਦੈਟ ਵਿਚ ਪਾਰਟੀ ਹੈਜ਼ ਵਰਕਡ ਹਾਰਡ ਔਰ ਵਿਚ ਪਾਰਟੀ ਹੈਜ਼ ਨਾਟ ਵਰਕਡ ਹਾਰਡ ਔਰ ਹਾਊ ਦ ਗਵਰਨਮੈਂਟ ਹੈਜ਼ ਬਿਹੇਵਡ। ਔਰ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਜੇ 4 ਮਹੀਨਿਆਂ ਤੋਂ, ਮੈਂ ਇਸੇ ਕਰਕੇ ਕਹਿਣਾ ਚਾਹੁੰਦਾ ਕਿ ਜੇ 4 ਮਹੀਨਿਆਂ ਤੋਂ ਲਗਾਤਾਰ ਕਰੋਨਾ ਦੀ ਮਹਾਮਾਰੀ ਨੂੰ ਕਾਬੂ ਕਰਨ ਦਾ ਕੰਮ ਸਰਕਾਰ ਨੇ ਕੀਤਾ, ਪਰ ਆਮ ਆਦਮੀ ਪਾਰਟੀ ਨੇ ਤਾਂ ਉਸ ਗੱਲ ਦੀ ਵੀ ਸ਼ਲਾਘਾ ਨਹੀਂ ਕੀਤੀ। ਤੇ ਕਿਉਂਕਿ ਉਹਨਾਂ ਦਾ ਕੰਮ ਹੈ ਐਜ਼ ਅ ਵਿਰੋਧੀ, ਤੇ ਉਹਨਾਂ ਦਾ ਕੰਮ ਹੈ ਕਿ ਆਪਣਿਆਂ ਨੂੰ ਸਾਡੇ ਕੰਮ ਨੂੰ ਕ੍ਰਿਟਿਸਾਈਜ਼ ਕਰਨਾ। ਸੋ ਲੈਟ them criticize। ਕਦੋਂ ਉਮੀਦ ਕਰਾਂਗੇ ਵੀ ਸੜਕਾਂ ਬਣ ਸਕਦੀਆਂ? ਨਹੀਂ ਕੋਈ ਗੱਲ ਨਹੀਂ, ਸੜਕਾਂ ਜਲਦੀ ਕਰੋਨਾ ਦੀ ਮਹਾਮਾਰੀ ਖਤਮ ਹੋਣ ਤੋਂ ਬਾਅਦ, ਲੇਬਰ ਦਾ ਜਦੋਂ ਇਸ਼ੂਜ਼ ਖਤਮ ਹੋ ਜਾਣਗੇ, ਵਿਲ ਸਟਾਰਟ ਸੂਨ। ਸਾਰੀ ਤੁਸੀਂ ਸਰ ਕੋਈ ਹੋ ਤਾਂ ਗਿਆ ਯਾਰ, ਕਿਉਂ ਸੇ ਮੰਤਰੀ ਸਾਡੀ ਸਟੇਟ ਦੇ ਵਿੱਚ ਰੈਵਨਿਊ ਕੋਰਟਸ ਖੋਲ੍ਹਤੀਆਂ ਸਰਕਾਰ ਨੇ। ਰੈਵਨਿਊ ਕੋਰਟਸ ਜਿਹੜੀਆਂ ਹੈਗੀਆਂ ਉਹ ਖੋਲ੍ਹੀਆਂ ਹੋਈਆਂ, ਉਹ ਵਰਕ ਕਰ ਰਹੀਆਂ। ਬੁਲਾਉਂਦੇ ਉਹਨਾਂ ਨੂੰ ਵਕੀਲ ਸਾਹਿਬਾਨ, ਸਹਾਇਕ ਸਾਹਿਬਾਨਾਂ ਨੂੰ, ਉਹਨਾਂ 'ਚ ਏਜ ਬੰਦੇ ਵੀ ਹੈਗੇ, ਸੀਨੀਅਰ ਸਿਟੀਜ਼ਨ। ਮੇਰਾ ਮਤਲਬ ਜੇ ਜੁਡੀਸ਼ੀਅਲ ਬੰਦ ਪਈਆਂ ਤਾਂ ਰੈਵਨਿਊ ਕੋਰਟ ਖੋਲ੍ਹਣ ਦੀ ਕੀ ਲੋੜ ਹੈ? ਨਹੀਂ, ਉਹ ਫਿਜ਼ੀਕਲ ਬੁਲਾ ਰਹੇ ਕਿ ਜਿਹੜਾ ਜਾਓ। ਕੋਈ ਗੱਲ ਨਹੀਂ, ਚੈੱਕ ਕਰ। ਮੰਤਰੀ ਸਾਹਿਬ ਇੱਕ ਮਾਈਨਿੰਗ ਦਾ ਇਸ਼ੂ ਹੈਗਾ ਵੀ ਤੁਹਾਡੇ ਜਿਹੜੇ ਲੋਕਲ ਐਮਐਲਏ ਸਾਹਿਬ ਆ ਉਹ ਵੀ ਕਹਿ ਚੁੱਕੇ ਆ ਜ਼ਿਲ੍ਹੇ ਦੇ ਵਿੱਚ ਗੁੰਡਾ ਪਰਚੀ ਚੱਲਦੀ ਹੈ। ਢਿੱਲੋਂ ਸਾਹਿਬ ਵੀ ਕਹਿ ਚੁੱਕੇ ਆ ਪਹਿਲਾਂ ਵੀ 90% ਜਿਹੜੀ ਇਲੀਗਲ ਮਾਈਨਿੰਗ ਜ਼ਿਲ੍ਹੇ ਦੇ ਵਿੱਚ ਹੁੰਦੀ ਹੈ। ਸਰ ਇਲੀਗਲ ਮਾਈਨਿੰਗ ਲੀਗਲ ਮਾਈਨਿੰਗ ਦਾ ਸਾਰੇ ਕਾਂਗਰਸੀ ਲੀਗਲ ਤਾਂ ਹੁਣ ਦੋ 15,000 ਆਦਮੀ ਕੰਮ ਕਰ ਰਹੇ ਆ। ਬਾਅਦ ਚ ਗੱਲ ਕਰਨੀ ਹੈ। ਹਾਈ ਕੋਰਟ ਨੇ ਸੀਬੀਆਈ ਦੀ ਗੱਲ ਕੀਤੀ ਹੈ, ਤੁਹਾਡੀ ਸਰਕਾਰ ਨੇ ਕਹਿਤਾ ਵੀ ਕੋਰਟ ਚਲੇ ਗਏ ਹੋ ਸਰ ਉਹਦੇ ਕੇਸ। I think the appropriate department and the minister and the government will be taking ਜੇ suppose ਕੋਈ legal matter ਹੈ ਤੇ CBI ਦੀ inquiry ਆਈ ਹੈ ਤੇ the government ਹਾਂ sub judice ਮੈਂ ਵੀ ਉਹੀ ਕਹਿਣ ਲੱਗਾ ਜੀ when somebody has gone to the court is sub judice। ਮੰਤਰੀ ਜੀ ਬਲਕਿ ਤੁਹਾਡਾ ਸਰਕਾਰ ਦੇ ਜਿਹੜੇ ਲੀਡਰ ਨੇ ਥੱਲੇ ਤੋਂ ਲੈ ਕੇ ਸੀਐਮ ਸਾਹਿਬ ਤੱਕ ਇਸ ਗੱਲ ਦੇ ਉੱਤੇ ਚੁੱਪ ਕਿਉਂ ਨੇ? ਕਿਸ ਗੱਲ ਤੇ ਮੈਂ ਕੋਈ ਚੁੱਪ ਨਹੀਂ ਹੈ। ਮੈਂ ਕਿਹਾ ਕਿ ਮੈਟਰ ਇਜ਼ ਸਬ ਜੁਡਿਸ ਐਂਡ देयर इज नो नीड टू फॉर मी टू कमेंट ऑन इट। आई एम नॉट क्वाइट ऑन दैट। ਨਾ ਮੇਰੀ ਕੋਈ ਮਾਈਨ ਹੈ ਤੇ ਨਾ ਮੈਂ ਕੋਈ ਕਦੇ ਮਾਈਨਿੰਗ ਕੀਤੀ ਹੈ ਤੇ ਨਾ ਮੈਨੂੰ ਮਾਈਨਿੰਗ ਦੀ ਸਮਝ ਹੈ। ਤੋ ਇਸ ਕਰਕੇ ਜੇ ਕੋਈ ਮਾਈਨਿੰਗ ਦੇ ਵਿੱਚ ਕੋਈ ਗਲਤ ਇਸ਼ੂ ਆ ਰਿਹਾ ਤਾਂ ਸਰਕਾਰ ਵਿਲ ਰੇਜ਼ ਇਟ ਐਟ ਦੀ ਅਪਰੋਪਰੀਏਟ ਲੈਵਲ। ਤੇ ਜੇ ਅਗਰ ਸਰਕਾਰ ਅੱਜ ਕੋਈ ਮੈਟਰ ਸਬ ਜੁਡਿਸ ਹੈ, ਆਈ ਐਮ ਨॉट ਸਪੋਜ਼ਡ ਟੂ ਕਮੈਂਟ ਔਨ ਇਟ। ਮੰਤਰੀ ਜਿਹੜੀ ਆਲ ਇੰਡੀਆ ਕਾਂਗਰਸ ਕਮੇਟੀ ਤੁਸੀਂ ਵੀ ਸੈਕਟਰੀ ਰਹੇ ਹੋ ਜਾਂ ਹੋਣੇ ਹੋ ਇਸ ਟਾਈਮ, ਜਿਹੜੇ ਸਾਡੇ ਕੁਝ ਤੁਹਾਡੇ ਸਾਂਸਦ ਹੈਗੇ ਆ ਜਾਂ ਸੀਨੀਅਰ ਲੀਡਰ ਹੈਗੇ ਆ, ਜਿਹਦੇ 'ਚ ਤਿਵਾੜੀ ਸਾਹਿਬ ਵੀ ਹੈਗੇ ਆ, ਜਿਨ੍ਹਾਂ ਨੇ ਚਿੱਠੀ ਲਿਖ ਕੇ ਕੀਤਾ ਵੀ ਜਿਹੜੀ ਪਾਰਟੀ ਦੇ ਵਿੱਚ ਜਿਹੜੀ ਹੈ ਚੋਣ ਪ੍ਰਧਾਨ ਦੀ ਜਿਹੜੀ ਡੈਮੋਕ੍ਰੈਟਿਕ ਤਰੀਕੇ ਨਾਲ ਹੋਣੀ ਚਾਹੀਦੀ ਹੈ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਸਰ? ਨਹੀਂ, ਹਰ ਬੰਦੇ ਦਾ ਆਪਣਾ ਵਿਊ ਹੈ। ਹਰ ਬੰਦੇ ਨੇ ਆਪਣੀ ਵਿਊ ਕਹਿਣਾ ਸੀਗਾ। MP ਸਾਹਿਬ ਨੇ ਆਪਣਾ ਵਿਊ ਦਿੱਤਾ ਹੋਊਗਾ। Everybody has the right to speak and say whatever he feels like। ਤੁਹਾਡਾ ਵਿਊ ਕੀ ਹੈ? ਤੁਹਾਡਾ ਵਿਊ ਮੇਰਾ I stand by my party leadership। ਸਰ ਹੁਣ ਮਿਊਨਿਸਪਲ ਇਲੈਕਸ਼ਨ ਹੋਣ ਜਾ ਰਹੇ ਜੀ, ਬਬੂਲੇ ਜਾ ਰਹੇ। ਕੋਵਿਡ ਦਾ ਠੀਕ ਹੋ ਜਾਂਦਾ ਨੇ ਜਿਹੜੀਆਂ ਫੀਸਾਂ ਬਹੁਤ ਵਸੂਲੀਆਂ, ਉਸ ਤੋਂ ਬਾਅਦ ਇਹ ਮੈਟਰ ਜਿਹੜਾ ਜੁਡੀਸ਼ਰੀ 'ਚ ਵੀ ਗਿਆ। ਉਸ ਤੋਂ ਬਾਅਦ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਆ ਉਹਨਾਂ ਵਿੱਚ ਐਡਮਿਸ਼ਨ ਕਿੰਨੀ ਕੁ ਗਰੋ ਕੀਤੀ ਹੈ ਜੀ? ਦੇਖੋ ਇਹ ਇਕੱਲੇ
ਕੋਵਿਡ ਕਰਕੇ ਨਹੀਂ ਮੈਂ ਇਸ ਗੱਲ ਨੂੰ ਡਿਬੇਟ ਕਰਨਾ ਚਾਹੁੰਦਾ। ਪਿਛਲੇ 3 ਸਾਲ ਤੋਂ ਲਗਾਤਾਰ ਐਜੂਕੇਸ਼ਨ ਸਿਸਟਮ ਸਾਡੇ ਮੁੱਖ ਮੰਤਰੀ ਸਾਹਿਬ ਦੇ ਬਹੁਤ ਦਿਲ ਦੇ ਨਜ਼ਦੀਕ ਹੈ। ਇਸ ਕਰਕੇ ਚੰਗੀਆਂ ਪਾਲਿਸੀਆਂ ਅਸੀਂ ਐਜੂਕੇਸ਼ਨ ਦੇ ਵਿੱਚ ਲੈ ਕੇ ਆਏ, ਚਾਹੇ ਉਹ ਟੀਚਰ ਟਰਾਂਸਫਰ ਪਾਲਿਸੀ ਲੈ ਕੇ ਆਏ ਜਿਹਦੇ ਪੈਰਾਮੀਟਰਸ ਨੂੰ ਆਨਲਾਈਨ ਤੋਂ ਇਲਾਵਾ ਇਹ ਰੱਖਿਆ ਗਿਆ ਕਿ ਜਿਹੜੀ ਟੀਚਰ ਦੀ ਬਦਲੀ ਹੈ ਉਸ ਨੂੰ ਬੱਚੇ ਦੀ ਪਰਫਾਰਮੈਂਸ ਦੇ ਨਾਲ ਕਨੈਕਟ ਕੀਤਾ। ਸੋ ਵੈਨ ਯੂ ਆਰ ਕਨੈਕਟਿੰਗ ਦੀ ਪਰਫਾਰਮੈਂਸ ਆਫ ਅ ਚਾਈਲਡ ਵਿਦ ਦੀ ਟਰਾਂਸਫਰ ਆਫ ਅ ਟੀਚਰ ਤਾਂ ਆਟੋਮੈਟਿਕਲੀ ਦੈਟ ਇਜ਼ ਵਨ ਪੈਰਾਮੀਟਰ ਹਾਊ ਯੂ ਕੈਨ ਇੰਪਰੂਵ ਦੀ ਲੈਵਲ ਆਫ ਐਜੂਕੇਸ਼ਨ ਇਨ ਸਕੂਲਸ। ਔਰ ਇਸੇ ਤਰੀਕੇ ਨਾਲ ਸਮਾਰਟ ਸਕੂਲ ਪਾਲਿਸੀ ਆਈ, ਇਸੇ ਤਰੀਕੇ ਨਾਲ ਐਕਸਪੀਰੀਅੰਸ ਨੂੰ 7 ਸਾਲ ਤੋਂ ਘਟਾ ਕੇ 3 ਸਾਲ ਕੀਤਾ ਤਾਂ ਕਿ ਜਿਹੜੇ ਕਾਬਲ ਤੇ ਮਿਹਨਤੀ ਤੇ ਇੰਟੈਲੀਜੈਂਟ ਬੱਚੇ ਹੈ ਜਿਹੜੇ ਟੀਚਿੰਗ ਦਾ ਕੰਮ ਕਰ ਰਹੇ ਜਾਂ ਟੀਚਰਸ ਦਾ ਕੰਮ ਕਰ ਰਹੇ ਹੈ ਦੇ ਕੈਨ ਗੋ ਟੂ ਹਾਇਰ ਪੋਜੀਸ਼ਨਸ ਲਾਈਕ ਪ੍ਰਿੰਸੀਪਲਸ, ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰਸ, ਕਲਸਟਰ ਹੈਡ ਟੀਚਰਸ ਜਾਂ PPSC ਦੇ ਰਾਹੀਂ ਅਸੀਂ ਭਰਤੀਆਂ ਕੀਤੀਆਂ। ਸੋ ਇਹ ਸਾਰੇ ਪੈਰਾਮੀਟਰ ਨੇ ਜਿਹਦੇ ਕਰਕੇ ਸਰਕਾਰੀ ਸਕੂਲਾਂ ਵਿੱਚ ਲੋਕ ਬੱਚਿਆਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਔਰ ਮੈਨੂੰ ਇਹ ਦੱਸ ਕੇ ਖੁਸ਼ੀ ਹੈ ਕਿ ਹੁਣ ਤੱਕ ਅੰਦਾਜ਼ਨ 15% ਇਜ਼ਾਫਾ ਇਸ ਸਾਲ 'ਚ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀ ਦੇ ਵਿੱਚ ਹੋਇਆ ਹੈ ਔਰ ਅਪਰੋਕਸੀਮੇਟਲੀ ਵੀ ਹੈਵ ਟੱਚਡ ਅ ਫਿਗਰ ਆਫ ਅਰਾਊਂਡ 3.5 ਲੱਖ ਔਰ ਇਹ ਰਫ਼ਤਾਰ ਵੱਧ ਰਹੀ ਹੈ ਬਿਕੋਜ਼ ਅੱਜ ਪ੍ਰਾਈਵੇਟ ਸਕੂਲ ਦਾ ਬੱਚਾ ਵਿਸ਼ਵਾਸ ਕਰਦਾ ਹੈ ਕਿ ਸਰਕਾਰੀ ਸਕੂਲ ਦੇ ਵਿੱਚ ਜਿਹੜੀ ਪ੍ਰੋਫੈਸ਼ਨਲ ਕੋਚਿੰਗ ਹੈ ਆਫ ਅ ਪ੍ਰੋਫੈਸ਼ਨਲ ਕੋਰਸ, ਚਾਹੇ ਉਹ ਇੰਜੀਨੀਅਰਿੰਗ ਦਾ ਹੈ, ਚਾਹੇ ਉਹ ਮੈਡੀਕਲ ਦਾ ਹੈ, ਚਾਹੇ ਉਹ ਲਾਅ ਦਾ ਹੈ ਤੇ ਚਾਹੇ ਉਹ BBA ਦਾ ਹੈ, ਕਿਸੇ ਚੀਜ਼ ਦਾ ਕੋਰਸ ਦਾ ਟੀਚਰ ਹੈ ਉਹ ਇੱਕ ਚੰਗਾ ਤੇ ਕਾਬਲ ਤੇ ਹਾਈਲੀ ਪੇਡ ਟੀਚਰ ਉਹਨੂੰ ਸਰਕਾਰੀ ਸਕੂਲ ਦੇ ਵਿੱਚ ਪੜ੍ਹਾਉਣ ਵਾਸਤੇ ਮਿਲਦਾ ਹੈ। ਜਦੋਂ ਸਕੂਲਾਂ ਦਾ ਇਨਫਰਾਸਟ੍ਰਕਚਰ ਅਪਗ੍ਰੇਡ ਹੋਇਆ ਉਹਦੇ ਨਾਲ ਬੱਚਿਆਂ ਦਾ ਤੇ ਪੇਰੈਂਟਸ ਦਾ ਤੇ ਲੋਕਾਂ ਦਾ ਵਿਸ਼ਵਾਸ ਵਧਿਆ। ਅੱਜ ਅਸੀਂ ਆਲਰੇਡੀ 45 to 50% ਸਕੂਲਸ ਨੂੰ ਸਮਾਰਟ ਸਕੂਲ ਬਣਾ ਚੁੱਕੇ ਹਾਂ ਪੰਜਾਬ ਦੇ ਵਿੱਚ ਔਰ ਸਾਡੀ ਕੋਸ਼ਿਸ਼ ਹੈ ਕਿ ਆਉਣ ਵਾਲੇ ਸਾਲ ਦੇ ਵਿੱਚ ਹੋਰ 1000 ਸਕੂਲਾਂ ਨੂੰ ਅਸੀਂ ਸਮਾਰਟ ਸਕੂਲ ਬਣਾਉਣ ਦੇ ਵਿੱਚ ਕਨਵਰਟ ਕਰਨ 'ਚ ਕੰਮ ਕਰ ਸਕੀਏ। ਇਹ ਓਵਰਆਲ ਪਾਲਿਸੀ ਡਿਸੀਜਨਸ ਜਿਹੜੇ ਸਰਕਾਰ ਨੇ ਲਿੱਤੇ ਹੈ ਉਸ ਦੇ ਕਰਕੇ ਅੱਜ ਸਰਕਾਰ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਦੇ ਵਿੱਚ ਇਜ਼ਾਫਾ ਹੋਇਆ ਹੈ ਔਰ ਇਹ ਰਫ਼ਤਾਰ ਚੱਲਦੀ ਰਹੂਗੀ। ਸਾਡਾ ਫੋਕਸ ਹੈ ਆਉਣ ਵਾਲੇ ਸਾਲ ਦੇ ਵਿੱਚ ਇਹ ਜੇ ਕਰੋਨਾ ਨਾ ਹੁੰਦਾ ਤਾਂ ਅਸੀਂ ਹੁਣ ਤੱਕ ਸਪੋਰਟਸ ਇਨਫਰਾਸਟ੍ਰਕਚਰ ਨੂੰ ਸਕੂਲਾਂ ਵਿੱਚ ਕਾਇਮ ਕਰਨ ਵਾਸਤੇ ਫੋਕਸ ਕਰ ਮੈਨੂੰ ਇਸ ਤਰ੍ਹਾਂ ਜ਼ਿਲ੍ਹਾ ਵਾਈਜ਼ ਫਿਗਰ ਤੇ ਆਈ ਵਿਲ ਨਾਟ ਬੀ ਏਬਲ ਟੂ ਗਿਵ ਯੂ ਆਫ ਹੈਂਡ ਕਿ ਕਿੰਨਾ ਕਿ ਤੁਹਾਡੇ ਰੋਪੜ ਦੇ ਵਿੱਚ ਕਿੰਨੇ ਹੈ ਬਟ ਅਦਰਵਾਈਜ਼ ਆਈ ਐਮ ਜਸਟ ਟੈਲਿੰਗ ਯੂ ਕਿ 15% ਸਾਡਾ ਇਜ਼ਾਫਾ ਹੋਇਆ ਹੈ ਇਨ ਦੀ ਐਨਰੋਲਮੈਂਟ ਡਰਾਈਵ ਦੇ ਵਿੱਚ ਔਰ ਅਪਰੋਕਸੀਮੇਟਲੀ 45% ਸਕੂਲ ਸਮਾਰਟ ਸਕੂਲਸ ਬਣੇ ਹੈ, ਚਾਹੇ ਉਹ ਸਰਕਾਰ ਦੀ ਮਦਦ ਨਾਲ ਬਣੇ ਹੋਣ ਚਾਹੇ ਉਹ ਸੋਸ਼ਲ ਆਰਗੇਨਾਈਜੇਸ਼ਨਸ ਦੀ ਮਦਦ ਨਾਲ ਬਣੇ ਹੋਣ। ਇਹ ਅਸੀਂ ਸਾਰੇ ਇਨਫਰਾਸਟ੍ਰਕਚਰ ਡਿਵੈਲਪਮੈਂਟ ਵਾਸਤੇ ਇਸ ਦੇ ਉੱਪਰ ਕੰਮ ਕੀਤਾ। ਥੈਂਕ ਯੂ।